ਅੰਦੋਲਨਕਾਰੀਆਂ ਨੂੰ ਪ੍ਰਵੋਕ ਕਰਕੇ ਜਿਹੜੇ ਰਾਹ ਨੂੰ ਇਹ ਤੁਰ ਪਏ ਨੇ, ਕਿਸਾਨਾਂ ਨੂੰ ਕੁਚਲਣਾ ਸ਼ੁਰੂ ਕਰਤਾ। ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਗਰ ਦੇਸ਼ ਦੀ ਰਾਖੀ ਕਰ ਰਿਹਾ ਕੋਈ ਸਰਹੱਦਾਂ ਤੇ, ਤਾਂ ਕਿਸਾਨ ਦਾ ਬੱਚਾ ਕਰ ਰਿਹਾ, ਸਾਡਾ ਮਜ਼ਦੂਰ ਦਾ ਬੱਚਾ ਕਰ ਰਿਹਾ ਹੈ। ਤੁਹਾਡਾ ਕਿਸੇ नेता ਦਾ ਬੱਚਾ ਉੱਥੇ ਸਰਹੱਦਾਂ ਤੇ राखी नहीं कर रहा। तो वहाँ पे जब वो जो सांसद है वहाँ के नायाब सैनी, उनके काफिले की एक गाड़ी ने बिल्कुल साइड में जाके उस बच्चे को टक्कर मारी। लखीमपुर खीरी में जिस तरीके से कुचल दिया गया, तो ठीक उसी तरीके से नारायणगढ़ में किसान को टक्कर मारी गई, किसान को कुचलने का प्रयास किया गया। तो ये बीजेपी की मंशा पे गंभीर सवाल खड़े करता है। हरियाणा का मुख्यमंत्री बयान दिंदा है जी, आपदे कुछ लोगों को उकसा रहा है अंदोलनकारियों के खिलाफ, और इतों तक कह रहा है कि 500 के हज़ार के तुसी ग्रुप बनाओ, लठ चक्को, इन्हों जैसे को तैसा जवाब दो, ऐसियां गल्लां कर रहा है। एक तरह का उन्होंने लोगों को, बदमाशी करने वाले लोगों को हौसला दे रहा, उन्होंने सपोर्ट दी जा रही है, और लोगों के मतलब जो अंदोलनकारी उन्होंने सिर पड़वाने के लिए, उन्होंने कतलेआम कराने लिए वो आदमी उन्होंने प्रवोक कर रहे। से एक साफ साजिश नजर आती है बीजेपी आरएसएस की, कि वो जानबूझ के दंगे जैसी स्थिति देश में पैदा करना चाह रहे हैं। लड़का गिरफ्तार नहीं हुंदा, दोषी गिरफ्तार नहीं हुंदा, मंत्री दे लड़के दे बारे आई गल है, और मंत्री दे खिलाफ कोई कार्रवाई नहीं हुंदी, तो असीं सख्त एक्शन देवांगे। जिहदे बारे जज साडी मतलब जिहड़ी पंजाब दीयां 32 जथेबंदियां उन्हां 'च फैसला भी होया है कि उन्हां दिनां दे विच एक बहुत ਜ਼ਬਰਦਸਤ ਐਕਸ਼ਨ ਹੋਏਗਾ। ਇੱਕ ਲੜਕੀ ਦੀ ਵੀਡੀਓ ਆਈ ਹੈ, ਉਹਨੇ ਕਿਹਾ ਸਾਨੂੰ ਕੁਝ ਨਹੀਂ ਚਾਹੀਦਾ, ਹਾਂ ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਇਨਸਾਫ ਚਾਹੀਦਾ ਤੇ ਤਿੰਨੇ ਕਾਨੂੰਨ ਰੱਦ ਚਾਹੀਦੇ ਆ। ਹਜੇ ਵੀ ਇੰਨਾ ਕੁਝ ਕਰਵਾ ਕੇ ਏਡਾ ਵੱਡਾ ਨੁਕਸਾਨ ਝੱਲ ਕੇ ਵੀ ਉਹ ਬੇਟੀ ਇਹ ਕਹਿ ਰਹੀ ਹੈ ਕਿ ਸਾਨੂੰ ਤਿੰਨੇ ਕਾਨੂੰਨ ਰੱਦ ਹੋਣੇ ਚਾਹੀਦੇ ਆ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਅੱਗ ਲਾਉਣੀ ਕੋਈ ਜ਼ਰੂਰੀ ਨਹੀਂ ਗਾ ਵੀ ਕਿਸੇ ਨੇ ਉਹਨੂੰ ਮਤਲਬ ਅੱਗ ਲਾਈ ਹੈ ਤਾਂ ਅੱਗ ਲੱਗੀ ਹੈ। ਐਕਸੀਡੈਂਟ ਜਦੋਂ ਹੁੰਦਾ, ਜਦੋਂ ਇਨਸੀਡੈਂਟ ਵਾਪਰਦੀ ਹੈ, ਉਦੋਂ ਬੜੇ ਕਾਰਨ ਹੁੰਦੇ ਨੇ। ਉਹਦਾ ਸਰਕਟ ਸ਼ਾਰਟ ਹੋ ਕੇ ਵੀ ਅੱਗ ਲੱਗ ਸਕਦੀ ਹੈ, ਕਿਸੇ ਹੋਰ ਕਾਰਨ ਵੀ ਅੱਗ ਲੱਗ ਸਕਦੀ ਹੈ। ਉਹ ਆਪ ਵੀ ਅੱਗ ਲਾ ਸਕਦੇ ਨੇ, ਅੰਦੋਲਨਕਾਰੀਆਂ ਦਾ ਨਾਂ ਲਾਉਣ ਵਾਸਤੇ ਉਹ ਆਪ ਵੀ ਅੱਗ ਲਾ ਸਕਦੇ ਨੇ। तो आज ये पूरे देश को समझना चाहिए किस तरीके से बीजेपी आरएसएस के लोग समाज के भाईचारे को बर्बाद करने के लिए, देश को बर्बाद करने के लिए दंगे जैसी स्थिति पूरे देश में पैदा कर रहे हैं। ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕੌਰ। ਇਸ ਸਮੇਂ ਸਾਡੇ ਨਾਲ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਮੌਜੂਦ ਹੈ। ਤੁਸੀਂ ਦੇਖ ਸਕਦੇ ਹੋ ਅੱਜ ਵੀ ਇਹਨਾਂ ਦੀ ਅਹਿਮ ਬੈਠਕ ਚੱਲੀ ਹੈ, ਜਿਹਦੇ ਵਿੱਚ ਅਹਿਮ ਫੈਸਲੇ ਵੀ ਲਏ ਗਏ ਆ। ਇੱਕ ਜਿਹੜੀ ਲਖਮੀਪੁਰ ਦੀ ਘਟਨਾ ਹੈਗੀ, ਉਸ ਤੋਂ ਬਾਅਦ ਉਹ ਕਿਸਾਨਾਂ ਦਾ ਸੰਸਕਾਰ ਹੋਇਆ, ਉਹਦੇ ਭੋਗ ਦੀ ਵੀ ਗੱਲਬਾਤ ਹੋ ਰਹੀ ਹੈ। ਕੀ ਗੱਲਬਾਤ ਹੋ ਰਹੀ ਹੈ, ਸਾਰੀ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜਗਜੀਤ ਸਿੰਘ ਡੱਲੇਵਾਲ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ ਔਰ ਫਤਿਹ। ਡੱਲੇਵਾਲ ਸਾਹਿਬ, ਅੱਜ ਦੀ ਅਹਿਮ बैठक ਜਿਹੜੀ ਤੁਹਾਡੀ ਵੱਲੋਂ ਚੱਲ ਰਹੀ ਹੈ, ਕੀ ਫੈਸਲੇ ਹੋਣ ਲਏ ਗਏ ਆ, ਉਸ ਘਟਨਾ ਬਾਰੇ ਕੀ ਅੱਗੇ ਤੁਸੀਂ ਜਿਹੜੀ ਨੀਤੀ ਅਪਣਾ ਰਹੇ ਹੋ? ਹਾਂ, ਜਿਹੜੀ ਸਾਡੀ ਅੱਜ ਦੀ ਮੀਟਿੰਗ ਸੀ, ਅੱਜ ਦੀ ਮੀਟਿੰਗ ਦਾ ਮਤਲਬ ਫੋਕਸ ਸੀਗਾ ਇਹ ਲਖਮਪੁਰ ਖੀਰੀ ਵਾਲੀ ਘਟਨਾ ਜੀ, ਔਰ ਉਹਦੇ ਤੇ ਸਾਨੂੰ ਇਹ ਸੀਗਾ ਕਿ ਗੱਲ ਕਿ ਜਿੰਨੀ ਦੇਰ ਤੱਕ ਜੀ ਉਹਦਾ ਉਹ ਦੋਸ਼ੀ ਲੜਕਾ ਜਿਹੜਾ ਹੈ ਉਹ ਗ੍ਰਿਫਤਾਰ ਨਹੀਂ ਹੁੰਦਾ, ਜਾਂ ਜਿਹੜਾ ਸਾਡਾ ਉਪਗ੍ਰਹਿ ਮੰਤਰੀ ਹੈ, ਜਿੰਨੀ ਦੇਰ ਤੱਕ ਉਹਨੂੰ ਉਸ ਪਦ ਤੋਂ ਹਟਾਇਆ ਨਹੀਂ ਜਾਂਦਾ, ਉਨੀ ਦੇਰ ਤੱਕ ਇਹ ਅੰਦੋਲਨ ਜਿਹੜਾ ਇਸ ਪੱਖ ਤੇ ਹੈ ਉਹ ਹੋਰ ਤੇਜ਼ ਕਰਾਂਗੇ। ਨਾਲ ਇੱਕ ਅੱਜ ਮੀਟਿੰਗ ਦੇ ਵਿੱਚ ਇਹ ਵੀ ਤੈਅ ਹੋਇਆ ਕਿ ਉਹਨਾਂ ਸਾਡੇ ਸ਼ਹੀਦਾਂ ਦਾ ਜਿਹੜਾ ਭੋਗ ਹੈ ਉਹ 12 ਤਰੀਕ ਨੂੰ ਪੈਣਾ ਜੀ, ਔਰ ਉਸ ਤੋਂ ਬਾਅਦ ਉੱਥੇ ਹੀ ਘਟਨਾ ਸਥਲ ਦੇ ਉੱਤੇ ਹੀ ਇੱਕ ਸੋਗ ਸਮਾਗਮ, ਸ਼ਰਧਾਂਜਲੀ ਸਮਾਗਮ ਹੋਏਗਾ। ਸਾਰੇ ਅਸੀਂ ਉੱਥੇ ਪਹੁੰਚਾਂਗੇ, ਔਰ ਆਪ ਜੀ ਦੇ ਮਾਧਿਅਮ ਦੇ ਰਾਹੀਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਇਸ ਉਹਨਾਂ ਨੌਜਵਾਨਾਂ ਦੇ, ਉਹ ਸਾਡੇ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਆਪਾਂ ਸਾਰਿਆਂ ਨੇ ਵੱਧ ਚੜ੍ਹ ਕੇ ਪਹੁੰਚਣਾ ਹੈ। ਇਹ ਸਾਡੀ ਮਤਲਬ ਸਾਰਿਆਂ ਨੂੰ ਅਪੀਲ ਹੈ, ਔਰ ਮੀਟਿੰਗ ਦੇ ਵਿੱਚ ਵੀ ਇਹ ਫੈਸਲਾ ਹੋਇਆ ਹੈ ਕਿ ਉੱਥੇ ਜਾਣਾ ਹੈ। ਹਜੇ ਮੀਟਿੰਗ ਹੈ ਕਿਉਂਕਿ ਜਿਹੜੀ ਕੱਲ੍ਹ ਨੂੰ SKM ਦੀ ਮੀਟਿੰਗ ਹੋਣੀ ਹੈ, ਕੁਝ ਏਜੰਡੇ ਉਹ ਨੇ ਜਿਹੜੇ ਵਿਚਾਰੇ ਗਏ ਨੇ ਕਿ ਅਸੀਂ ਮਤਲਬ ਪੂਰੇ ਦੇਸ਼ ਦੇ ਵਿੱਚ, ਕਿਉਂਕਿ ਉਹਨਾਂ ਦੇ ਸਨਮਾਨ ਵਜੋਂ ਸਾਡੇ ਲੋਕ ਪੂਰੇ ਦੇਸ਼ ਨੂੰ ਪਤਾ ਲੱਗੇ ਕਿ ਇਹ ਸਾਡੇ ਕਿਸਾਨਾਂ ਨੇ ਸਾਡੀਆਂ ਮੰਗਾਂ ਨੂੰ ਲੈ ਕੇ, ਸਾਡੇ ਅੰਦੋਲਨ ਨੂੰ ਲੈ ਕੇ ਸ਼ਹਾਦਤਾਂ ਦਿੱਤੀਆਂ ਨੇ ਜੀ। ਉਹ ਇਕੱਲੇ UP ਤੱਕ ਸੀਮਿਤ ਨਾ ਰਹਿ ਜੇ, ਪੰਜਾਬ ਹਰਿਆਣੇ ਤੱਕ ਸੀਮਿਤ ਨਾ ਰਹਿ ਜੇ,
ਉਹਨਾਂ ਦਾ ਸੁਨੇਹਾ, ਉਹਨਾਂ ਦੀ ਸ਼ਹਾਦਤ ਦੀ ਗੱਲ ਘਰ ਘਰ ਪਹੁੰਚੇ। ਉਹਦੇ ਲਈ ਅਸੀਂ ਕੋਸ਼ਿਸ਼ ਦੇ ਵਿੱਚ ਹਾਂ ਕਿ ਪੂਰੇ ਦੇਸ਼ ਦੇ ਵਿੱਚ ਇੱਕ ਉਹਨਾਂ ਦੇ ਅਸਥੀਆਂ ਲੈ ਕੇ ਜਾਂ ਉੱਥੋਂ ਮਤਲਬ ਰਾਖ ਲੈ ਕੇ ਪੂਰੇ ਦੇਸ਼ ਦੇ ਵਿੱਚ ਮਾਰਚ ਕੀਤਾ ਜਾਏ ਜੀ। ਔਰ ਉਹ ਲੇਕਿਨ ਉਹ ਹਜੇ ਮਤਲਬ ਸਾਡੇ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਡਿਸਕਸ ਹੋਇਆ ਹੈ। ਬਾਕੀ ਹਜੇ ਅਸੀਂ ਮਤਲਬ ਉਹਨੂੰ ਕੱਲ ਐਸਕੇਐਮ ਦੀ ਮੀਟਿੰਗ ਦੇ ਵਿੱਚ ਉਹਨੇ ਪਾਸ ਹੋਣਾ, ਕੀ ਹੁੰਦਾ ਕਿਵੇਂ ਹੁੰਦਾ। ਕਈ ਵਾਰੀ ਫੈਸਲੇ ਤਬਦੀਲ ਹੋ ਜਾਂਦੇ ਨੇ, ਫੈਸਲਿਆਂ 'ਚ ਕੋਈ ਬਦਲਾ ਸ਼ਦਲੀ ਹੋ ਜਾਂਦੀ ਹੈ, ਉਹ ਕੱਲ ਵਾਲੀ ਮੀਟਿੰਗ ਦੇ ਵਿੱਚ ਪਤਾ ਲੱਗ ਜਾਏਗਾ। ਡੱਲੇਵਾਲ ਸਾਹਿਬ, ਲੋਕਾਂ ਦੇ ਸਵਾਲ ਆ ਰਹੇ ਨੇ, ਉਹ ਇਹ ਗੱਲ ਕਹਿ ਰਹੇ ਨੇ ਕਿ ਇੰਨੀ ਜਲਦੀ ਸੰਸਕਾਰ ਕਰਨ ਦੀ ਕੀ ਲੋੜ ਪੈ ਗਈ ਸੀ, ਜਦੋਂ ਤੱਕ ਕਿ ਗ੍ਰਿਫਤਾਰੀ ਨਹੀਂ ਕੀਤੀ ਗਈ, ਕਿਉਂ ਇੰਨੀ ਜਲਦੀ ਕਿਸਾਨਾਂ ਨੇ ਕੀਤੀ, ਇੱਥੋਂ ਤੱਕ ਕਿ ਸਮਝੌਤਾ ਵੀ ਜਲਦੀ ਹੋ ਗਿਆ। ਦੇਖੋ, ਇਹ ਜਿਹੜਾ ਮੈਟਰ ਹੈ ਨਾ, ਇਹ ਜਿਹੜੇ ਆਦਮੀ ਉੱਥੇ ਆਗੂ ਜਾਂਦੇ ਨੇ, ਸਾਰੀ ਸਿਚੁਏਸ਼ਨ ਨੂੰ ਉਹਨਾਂ ਨੇ ਦੇਖਣਾ ਹੁੰਦਾ ਹੈ, ਸਾਰੇ ਹਾਲਾਤਾਂ ਨੂੰ ਉਹਨਾਂ ਨੇ ਭਾਂਪ ਕੇ ਬੜੀ ਸਮਝਦਾਰੀ ਦੇ ਨਾਲ ਇਹ ਫੈਸਲਾ ਲਿਆ ਹੈ। ਸਾਡੀ ਮੰਗ ਸੀਗੀ ਕਿ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਏ, ਸਾਡੀ ਮੰਗ ਸੀਗੀ ਕਿ ਉਹਨਾਂ ਦੀ ਮਤਲਬ ਬਰਖਾਸਤੀ ਦੇ ਲਈ ਮਤਲਬ ਸਰਕਾਰ ਐਕਟਿਵ ਹੋਵੇ, ਕੰਮ ਕਰੇ। ਸਾਡੀ ਮੰਗ ਸੀਗੀ ਕਿ ਪੂਰੇ ਦੇ ਪੂਰੇ ਘਟਨਾਕ੍ਰਮ ਦੀ ਜਿਹੜੀ ਜਾਂਚ ਹੈ ਉਹ ਜੁਡੀਸ਼ੀਅਲੀ ਹੋਵੇ, ਕਿਸੇ ਰਿਟਾਇਰ ਜੱਜ ਦੇ ਥਰੂ ਹੋਵੇ। ਬਿਲਕੁਲ। ਔਰ ਬਾਕੀ ਜਿਹੜੇ ਮੁਆਵਜ਼ੇ ਇਹ ਕੋਈ ਚੀਜ਼ਾਂ ਨਹੀਂ ਹੈ, ਉਹ ਸਰਕਾਰ ਨੇ ਉਹ ਸਾਰੀਆਂ ਗੱਲਾਂ ਮਤਲਬ ਮੰਨ ਲਈਆਂ ਗਈਆਂ। ਸੈਂਟਰ ਨੇ ਉਹਨੂੰ ਜਿਹੜੀ ਬਰਖਾਸਤੀ ਕਰਨੀ ਹੈ ਉਹ ਸੈਂਟਰ ਨੇ ਕਰਨੀ ਹੈ, ਉਹ ਇੱਕ ਵੱਖਰਾ ਇਸ਼ੂ ਰਹਿ ਗਿਆ। ਇਸ ਕਰਕੇ ਉਹ ਜਿਹੜਾ ਮਤਲਬ ਉਸ ਵੇਲੇ ਮੌਕੇ ਦਾ ਜਿਹੜੇ ਆਗੂ ਸੀਗੇ, ਉਹਨਾਂ ਨੇ ਕਾਫੀ ਸਾਰੀ ਸਿਚੁਏਸ਼ਨ ਨੂੰ ਦੇਖਦਿਆਂ ਭਾਪਦਿਆਂ ਉਹਨਾਂ ਨੇ ਫੈਸਲਾ ਲਿਆ, ਜਿਵੇਂ ਵੀ ਲਿਆ। ਜ਼ਿਆਦਾ ਗੱਲਬਾਤ ਤਾਂ ਉਹ ਜਿਹੜੇ ਮੌਕੇ 'ਤੇ ਮੌਜੂਦ ਨੇਤਾ ਸੀ ਉਹ ਦੱਸ ਸਕਦੇ, ਕਿਉਂਕਿ ਤੁਹਾਨੂੰ ਇੱਕ ਗੱਲ ਦਾ ਪਤਾ ਲੱਗਿਆ ਹੋਵੇਗਾ ਕਿ ਉਹ ਬਿਲਕੁਲ ਸੇਮ ਡੇ ਹਰਿਆਣੇ ਦਾ ਮੁੱਖ ਮੰਤਰੀ ਬਿਆਨ ਦਿੰਦਾ ਹੈ ਜੀ, ਆਪਦੇ ਕੁਝ ਲੋਕਾਂ ਨੂੰ ਉਕਸਾ ਰਿਹਾ ਹੈ ਅੰਦੋਲਨਕਾਰੀਆਂ ਦੇ ਖਿਲਾਫ, ਔਰ ਇੱਥੋਂ ਤੱਕ ਕਹਿ ਰਿਹਾ ਹੈ ਕਿ 500 ਦੇ 1000 ਦੇ ਤੁਸੀਂ ਗਰੁੱਪ ਬਣਾਓ, ਲੱਠ ਚੱਕੋ, ਇਹਨਾਂ ਨੂੰ ਜੈਸੇ ਕੋ ਤੈਸਾ ਜਵਾਬ ਦਿਓ, ਐਸੀਆਂ ਗੱਲਾਂ ਕਰ ਰਿਹਾ ਹੈ। ਔਰ ਉਹਦੇ 'ਚ ਇੱਥੋਂ ਤੱਕ ਵੀ ਉਹਨੇ ਕਹਿਦਾ ਵੀ ਜੇਕਰ ਤੁਸੀਂ ਜੇਲ੍ਹ ਚਲੇ ਜਾਓਗੇ ਚਿੰਤਾ ਨਹੀਂ ਕਰਨੀ, ਉੱਥੋਂ ਟ੍ਰੇਨਡ ਹੋ ਕੇ ਆਓਗੇ, ਉੱਥੋਂ ਸਿੱਖ ਕੇ ਆਓਗੇ ਤੇ ਲੀਡਰ ਬਣ ਕੇ ਆਓਗੇ। ਇੱਕ ਤਰ੍ਹਾਂ ਦਾ ਉਹਨਾਂ ਲੋਕਾਂ ਨੂੰ, ਬਦਮਾਸ਼ੀ ਕਰਨ ਵਾਲੇ ਲੋਕਾਂ ਨੂੰ ਉਹ ਹੌਸਲਾ ਦੇ ਰਿਹਾ, ਉਹਨਾਂ ਨੂੰ ਸਪੋਰਟ ਦਿੱਤੀ ਜਾ ਰਹੀ ਹੈ। ਔਰ ਲੋਕਾਂ ਦੇ ਮਤਲਬ ਜਿਹੜੇ ਅੰਦੋਲਨਕਾਰੀਆਂ ਉਹਨਾਂ ਦੇ ਸਿਰ ਪੜਵਾਉਣ ਦੇ ਲਈ, ਉਹਨਾਂ ਦਾ ਕਤਲੇਆਮ ਕਰਾਉਣ ਲਈ ਉਹ ਆਦਮੀ ਉਹਨਾਂ ਨੂੰ ਪ੍ਰਵੋਕ ਕਰ ਰਿਹਾ ਹੈ। ਲੱਗ ਰਿਹਾ ਹੋਊਗਾ ਕਿ ਜਿਸ ਹਿਸਾਬ ਦੇ ਨਾਲ ਬਿਆਨ ਦਿੱਤੇ ਜਾ ਰਹੇ ਤੇ ਸ਼ਹਿ ਵੀ ਮਿਲ ਰਹੀ ਹੈ, ਜਦੋਂ ਖੁਦ ਸੀਐਮ ਇਦਾਂ ਦੇ ਬਿਆਨ ਦੇ ਦੇਣਗੇ ਤਾਂ ਹੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ, ਪਹਿਲਾਂ ਲਖੀਮਪੁਰ ਦੀ ਘਟਨਾ ਸੀ, ਤਾਂ ਹੁਣ ਅੰਬਾਲਾ ਦੇ ਵਿੱਚ ਨਾਰਾਇਣਗੜ੍ਹ, ਜਿੱਥੇ ਅਸੀਂ ਨਾਇਬ ਸੈਣੀ ਦੀ ਗੱਲ ਕਰਦੇ ਤਾਂ ਉਹਨਾਂ ਨੇ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਤੁਹਾਡਾ ਕੀ ਕਹਿਣਾ ਤੇ ਲਗਾਤਾਰ ਹੀ ਘਟਨਾ ਵਾਪਰ ਰਹੀਆਂ ਨੇ? ਦੇਖੋ, ਮੈਂ ਇਹੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਨਾ, ਅਸੀਂ ਜਿੰਨੇ ਆਗੂ ਸੀ ਨਾ, ਸਾਡਾ 5 ਥਾਵਾਂ ਦੇ ਉੱਤੇ ਮੋਰਚਾ ਚੱਲਦਾ ਹੈ ਜੀ। ਹਰ ਮੋਰਚੇ ਨੂੰ ਅਸੀਂ ਮਤਲਬ ਸੇਵ ਕਰਨਾ ਹੈ। ਇਸ ਕਰਕੇ ਕੁਝ ਆਗੂਆਂ ਦੀ ਡਿਊਟੀ ਲੱਗੀ, ਜਿਵੇਂ ਮੇਰੀ ਮੈਨੂੰ ਕੁਹਾੜ ਦੀ ਸਾਡੀ ਡਿਊਟੀ ਸੀ ਕਿ ਕੁਝ ਵੀ ਹੋਵੇ ਅਸੀਂ ਇਸ ਮੋਰਚੇ ਦੇ ਉੱਤੇ ਕਿਸੇ ਤਰ੍ਹਾਂ ਦੀ, ਬਲਦੇਵ ਸਿੰਘ ਸਿਰਸਾ ਵੀ ਮੇਰੇ ਨਾਲ ਸੀ, ਇੱਧਰੋਂ ਬ੍ਰਹਮਕੇ ਸਾਹਿਬ ਮੇਰੇ ਨਾਲ ਸੀ, ਕਿ ਇਹ 5-4 ਆਦਮੀ ਇੱਥੇ ਮਤਲਬ ਮੋਰਚੇ ਦੇ ਵਿੱਚ ਰਹਿਣਗੇ। ਇਹ ਬਿਲਕੁਲ ਕਿਸੇ ਤਰ੍ਹਾਂ ਦੀ ਇੱਥੇ ਕੋਈ ਮਾੜੀ ਘਟਨਾ ਨਾ ਘਟ ਜਾਏ, ਕਿਉਂਕਿ ਜਿਸ ਤਰ੍ਹਾਂ ਦਾ ਖੱਟਰ ਦਾ ਬਿਆਨ ਸੀ ਉਹਦੇ ਤੋਂ ਬਾਅਦ ਸਤਰਕ ਹੋਣਾ, ਹੁਸ਼ਿਆਰ ਹੋਣਾ ਸਾਡੀ ਲੋੜ ਵੀ ਸੀ। ਉਹਦੇ 'ਚੋਂ ਅਸੀਂ ਇੱਥੇ ਰਹੇ ਹਾਂ, ਅਸੀਂ ਨਹੀਂ ਗਏ ਉਧਰਲੇ ਪਾਸੇ ਨੂੰ। ਇਸ ਕਰਕੇ ਉੱਥੋਂ ਦੀ ਜ਼ਿਆਦਾ ਗੱਲਬਾਤ ਦੀ ਜਿਹੜੀ ਗੱਲਬਾਤ ਜਿਵੇਂ ਵੀ ਹੋਈ ਹੈ ਉਹ ਤਾਂ ਉੱਥੋਂ ਦੇ ਲੀਡਰਸ਼ਿਪ ਦੱਸ ਸਕਦੇ, ਲੇਕਿਨ ਜੋ ਹੋਇਆ ਹੈ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਆਪੇ ਉਸ ਵੇਲੇ ਬੜੀ ਸਮਝਦਾਰੀ ਦੇ ਨਾਲ ਫੈਸਲਾ ਲਿਆ, ਲੋਕਾਂ ਦੀ ਮਤਲਬ ਪਰਿਵਾਰਾਂ ਦੀ ਸਹਿਮਤੀ ਨਾਲ ਫੈਸਲਾ ਲਿਆ। ਜਿੰਨੇ ਲੀਡਰ ਉੱਥੇ ਪਹੁੰਚੇ ਸੀ ਐਸਕੇਐਮ ਦੇ, ਸਾਰਿਆਂ ਨੇ ਸੋਚ ਸਮਝ ਕੇ ਫੈਸਲਾ ਲਿਆ। ਕੋਈ ਇਹ ਨਹੀਂ ਹੈ ਜੇਕਰ ਮਤਲਬ ਅੱਗੇ ਜਿਵੇਂ ਆਏਗਾ, ਜਿਵੇਂ ਹੁਣ ਉਹਨਾਂ ਨੇ ਉੱਥੇ ਕਾਲ ਦਿੱਤੀ ਹੈ ਕਿ ਜੇਕਰ ਭੋਗ ਤੱਕ ਲੜਕਾ ਗ੍ਰਿਫਤਾਰ ਨਹੀਂ ਹੁੰਦਾ, ਦੋਸ਼ੀ ਗ੍ਰਿਫਤਾਰ ਨਹੀਂ ਹੁੰਦਾ, ਮੰਤਰੀ ਦੇ ਲੜਕੇ ਦੇ ਬਾਰੇ ਆਈ ਗੱਲ, ਔਰ ਮੰਤਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ, ਤਾਂ ਅਸੀਂ ਸਖਤ ਐਕਸ਼ਨ ਦੇਵਾਂਗੇ। ਜਿਹਦੇ ਬਾਰੇ ਜੱਜ ਸਾਡੀ ਮਤਲਬ ਜਿਹੜੀ ਪੰਜਾਬ ਦੀਆਂ 32 ਜਥੇਬੰਦੀਆਂ ਉਹਨਾਂ 'ਚ ਫੈਸਲਾ ਵੀ ਹੋਇਆ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਐਕਸ਼ਨ ਹੋਏਗਾ। ਉਹ ਕੱਲ੍ਹ ਨੂੰ ਮਤਲਬ ਅਨਾਊਂਸਮੈਂਟ ਹੋ ਜਾਏਗਾ, ਕਿਉਂਕਿ ਦੇਖੋ 32 ਦਾ ਫੈਸਲਾ ਜਿਹੜਾ ਉਹ ਅੱਜ ਅਨਾਊਂਸਮੈਂਟ ਕਰਨਾ ਮਤਲਬ ਤੁਹਾਡੇ ਮਾਈਕ ਦੇ ਰਾਹੀਂ ਮਤਲਬ ਮੈਨੂੰ ਲੱਗਦਾ ਵਾਜਬ ਨਹੀਂ ਹੈ, ਕਿਉਂਕਿ ਪਾਸ ਤਾਂ ਕੱਲ੍ਹ ਨੂੰ ਹੋਣਾ ਹੈ। ਅੱਜ ਕੋਈ ਗੱਲ ਅਸੀਂ ਆਪਦੇ ਮੂੰਹ ਕਹਿ ਦਈਏ ਫਿਰ ਉਹ ਕੱਲ੍ਹ ਨੂੰ ਉਹ ਗੱਲ ਬਣਨੀ ਨਹੀਂ ਉਹਦੀ। ਲਖੀਮਪੁਰ ਘਟਨਾ ਦੇ ਵਿੱਚ ਜਿਹੜੇ ਕਿਸਾਨ ਜ਼ਖਮੀ ਹੋਏ ਸੀ, ਤੁਸੀਂ ਜਾ ਕੇ ਜਾਇਜ਼ਾ ਲਿਆ, ਉਹਨਾਂ ਨਾਲ ਗੱਲਬਾਤ ਕੀਤੀ ਹੈ, ਕੀ ਚਾਹੁੰਦੇ ਨੇ ਉਹ, ਕਿਵੇਂ ਦੇ ਹਾਲਾਤ ਨੇ ਉਹਨਾਂ? ਦੇਖੋ, ਉੱਥੋਂ ਤੇ ਮਤਲਬ ਜਿਹੜੇ ਹਾਲਾਤ ਨੇ, ਲੋਕ ਮਤਲਬ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਪੂਰੀ ਤਰ੍ਹਾਂ, ਔਰ ਮੈਂ ਕਹੂੰਗਾ ਕਿ ਇੰਨਾ ਉਹਨਾਂ ਦਾ ਹੌਸਲਾ ਬੁਲੰਦ ਆ ਜੀ ਕਿ ਇੱਕ ਲੜਕੀ ਦੀ ਵੀਡੀਓ ਆਈ ਹੈ, ਉਹਨੇ ਕਿਹਾ ਸਾਨੂੰ ਕੁਝ ਨਹੀਂ ਚਾਹੀਦਾ। ਬਿਲਕੁਲ, ਲਵਪ੍ਰੀਤ ਦੀ ਭੈਣ ਜਿਹੜੀ ਲਾਈਵ ਹੋ ਕੇ ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਇਨਸਾਫ ਚਾਹੀਦਾ ਜੀ, ਤੇ 3 ਕਾਨੂੰਨ ਰੱਦ ਚਾਹੀਦੇ ਆ। ਬਿਲਕੁਲ,
ਹਜੇ ਵੀ ਇੰਨਾ ਕੁਝ ਕਰਵਾ ਕੇ ਏਡਾ ਵੱਡਾ ਨੁਕਸਾਨ ਝੱਲ ਕੇ ਵੀ ਉਹ ਬੇਟੀ ਇਹ ਕਹਿ ਰਹੀ ਹੈ ਕਿ ਸਾਨੂੰ 3 ਕਾਨੂੰਨ ਰੱਦ ਹੋਣੇ ਚਾਹੀਦੇ ਆ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹਦਾ ਮਤਲਬ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਇਨਸਾਫ ਲੈਣ ਲਈ ਤੁਹਾਨੂੰ ਜਾਇਆ ਨਾ ਜਾਣ ਉਹਨਾਂ ਬਿਲਕੁਲ ਸ਼ਹਾਦਤਾਂ ਜਾਇਆ ਨਹੀਂ ਜਾਣਗੀਆਂ। ਉਹ ਸਾਡੇ ਸ਼ਹੀਦ ਨੇ, ਉਹਨਾਂ ਦੀ ਇੱਕ ਦੀ ਸ਼ਹਾਦਤ ਦਾ ਮੁੱਲ ਪਏਗਾ ਔਰ ਉਹਨਾਂ ਦੀਆਂ ਜਿਹੜੀਆਂ SKM ਜਿਹੜਾ ਵੀ ਫੈਸਲਾ ਲਏਗੀ ਪੂਰੀ ਤਰ੍ਹਾਂ ਮਤਲਬ ਠੋਕ ਵਜਾ ਕੇ ਐ ਸਟਰੋਂਗਲੀ ਫੈਸਲਾ ਲਵਾਂਗੇ ਤਾਂ ਕਿ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੱਥਾਂ ਪੈਰਾਂ ਦੀ ਪਵੇ। ਇਹੋ ਜਿਹੀ ਨਹੀਂ ਹੈ ਗੱਲ ਕੋਈ ਕਿ ਮਤਲਬ ਹਾਂ ਇਹ ਜ਼ਰੂਰ ਆ ਗੱਲ ਕਿ ਹਰ ਪੱਖ ਤੋਂ SKM ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਪੱਖ ਤੋਂ ਸੋਚਿਆ ਜਾਏ। ਜਿਵੇਂ ਕਿ ਮਤਲਬ ਜਿਹੜੀ ਘਟਨਾਵਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਅੱਜ ਹਰਿਆਣਾ ਦੇ ਵਿੱਚ ਘਟਨਾ ਫਿਰ ਘਟੀ ਹੈ, ਲੋਕਾਂ ਦੇ ਉੱਤੇ ਕਾਰ ਚੜਾਈ ਗਈ ਹੈ ਫਿਰ ਮਤਲਬ ਇੱਕ MP ਵੱਲੋਂ। ਤੁਹਾਨੂੰ ਕੀ ਲੱਗਦਾ ਡਰ ਨਹੀਂ ਹੈਗਾ ਉਹਨਾਂ ਨੂੰ ਇਹ ਹੁੰਦਾ ਕਿ ਸਮਝੌਤਾ ਕਰਕੇ ਸਾਰਾ ਨਿਬੜ ਜਾਂਦਾ, ਅਸੀਂ ਜਿੰਨੀ ਮਰਜ਼ੀ ਘਟਨਾ ਕਰ ਲਈਏ? ਨਹੀਂ ਇਹ ਨਹੀਂ ਹੈ ਗੱਲ, ਡਰ ਨਹੀਂ ਹੈ ਉਹਨਾਂ ਨੂੰ। ਉਹ ਤੇ ਸਗੋਂ ਚਾਹੁੰਦੇ ਨੇ, ਉਹ ਤਾਂ ਸਗੋਂ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁੱਸਾਏ ਲੋਕ, ਨਾਰਾਜ਼ਗੀ ਚਾਹੁਣ ਲੋਕਾਂ ਨੂੰ ਗੁੱਸਾ ਚੜੇ ਤੇ ਲੋਕ ਮਤਲਬ ਸਾਡੇ ਤੇ ਹਮਲਾਵਰ ਹੋਣ ਤੇ ਫਿਰ ਉਹਦੇ ਤੋਂ ਇੱਕ ਦੰਗੇ ਦਾ ਰੂਪ ਬਣੇ, ਦੰਗਾ ਭੜਕੇ। ਉਹ ਉਹਨਾਂ ਦੀ ਭਾਵਨਾ ਹੀ ਹੈ। ਉੱਥੇ ਜਿਹੜੀ ਲਖਨਪੁਰ ਦੇ ਵਿੱਚ ਘਟਨਾ ਘਟਦੀ ਹੈ, ਤੁਸੀਂ ਦੇਖਿਆ ਹੋਵੇਗਾ ਗੱਡੀ, ਉਹ ਵੀਡੀਓ ਨੇ ਬਿਲਕੁਲ ਸਾਰੇ ਭੁਲੇਖੇ ਦੂਰ ਕਰਤੇ ਹੈ ਕਿ ਮਗਰੋਂ ਗੱਡੀਆਂ ਆਉਂਦੀਆਂ ਔਰ ਉਹਨਾਂ ਨੂੰ ਆਰਾਮ ਨਾਲ ਤੁਰੇ ਜਾਂਦੇ ਲੋਕਾਂ ਨੂੰ ਮਤਲਬ ਦਰੜ ਕੇ ਲੰਘ ਜਾਂਦੀਆਂ ਜੀ। ਉਹ ਗੱਲ ਜਿਹੜੀ ਆ ਬੜੀ ਕਲੀਅਰ ਹੋ ਗਈ, ਸਾਫ਼ ਹੋ ਗਈ ਕਿ ਅੰਦੋਲਨਕਾਰੀਆਂ ਦਾ ਕਿਹਾ ਜਾ ਰਿਹਾ ਸੀਗਾ ਇਹ ਕਿਸਾਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਸੀਗੇ ਕਿ ਕਿਸਾਨ ਉਗਰ ਹੋ ਗਏ ਨੇ, ਉਹਨਾਂ ਨੇ ਗੱਡੀਆਂ ਜਲਾ ਦਿੱਤੀਆਂ, ਉਹਨਾਂ ਤੇ ਰੋਸ ਜ਼ਾਹਿਰ ਕੀਤਾ। ਅਗਰ ਦੇਖੋ ਗੱਡੀਆਂ ਜਲਾਉਣਾ, ਗੱਡੀ ਜਲਣ ਦੇ ਵਿੱਚ ਕੋਈ ਇੱਕ ਗੱਲ ਨਹੀਂ ਹੁੰਦੀ। ਤੁਹਾਨੂੰ ਇੱਕ ਧਿਆਨ ਹੋਏਗਾ, ਟਿਕਰੀ ਬਾਰਡਰ ਦੇ ਉੱਤੇ ਇੱਕ ਕਾਰ ਚੱਲ ਰਹੀ ਹੈ, ਰਾਤ ਨੂੰ ਸਟਾਰਟ ਕਰਕੇ ਪੈ ਗਏ, AC ਛੱਡ ਕੇ ਪੈ ਗਏ, ਰਾਤ ਨੂੰ ਉਹਨੂੰ ਅੱਗ ਲੱਗੀ ਪਈ, ਚੱਲੀ ਜਾਂਦੀ ਨੂੰ ਸਟਾਰਟ ਖੜੀ ਗੱਡੀ ਨੂੰ, ਔਰ ਵਿੱਚ ਹੀ ਉਹ ਆਦਮੀ ਮਤਲਬ ਵਿਚਾਰੇ ਮਤਲਬ ਮੱਚ ਗਏ ਗੱਡੀ ਦੇ ਵਿੱਚ ਹੀ। ਟਿਕਰੀ ਬਾਰਡਰ ਤੇ ਹੋਈ ਗੱਡੀ ਆਪਣੇ ਤੇ, ਤੋ ਅੱਗ ਲਾਉਣੀ ਕੋਈ ਜ਼ਰੂਰੀ ਨਹੀਂਗਾ ਵੀ ਕਿਸੇ ਨੇ ਉਹਨੂੰ ਮਤਲਬ ਅੱਗ ਲਾਈ ਹੈ ਤਾਂ ਅੱਗ ਲੱਗੀ ਹੈ। ਐਕਸੀਡੈਂਟ ਜਦੋਂ ਹੁੰਦਾ, ਜਦੋਂ ਇਨਸੀਡੈਂਟ ਵਾਪਰਦੀ ਹੈ, ਉਦੋਂ ਬੜੇ ਕਾਰਨ ਹੁੰਦੇ ਨੇ। ਉਹਦਾ ਸਰਕਟ ਸ਼ਾਰਟ ਹੋ ਕੇ ਵੀ ਅੱਗ ਲੱਗ ਸਕਦੀ ਹੈ, ਕਿਸੇ ਹੋਰ ਕਾਰਨ ਵੀ ਅੱਗ ਲੱਗ ਸਕਦੀ ਹੈ। ਉਹ ਆਪ ਵੀ ਅੱਗ ਲਾ ਸਕਦੇ ਨੇ, ਅੰਦੋਲਨਕਾਰੀਆਂ ਦਾ ਨਾਂ ਲਾਉਣ ਵਾਸਤੇ ਉਹ ਆਪ ਵੀ ਅੱਗ ਲਾ ਸਕਦੇ ਨੇ। ਜਿਵੇਂ ਕਿ ਲਖਨਊ ਦੇ ਵਿੱਚ ਪੁਲਿਸ ਦੀ ਇੱਕ ਗੱਡੀ ਨੂੰ ਅੱਗ ਲਾਈ ਗਈ ਹੈ ਔਰ ਇਹਨਾਂ ਵੱਲੋਂ ਆਪ ਵੱਲੋਂ ਲਾਈ ਗਈ ਹੈ। ਉੱਥੇ ਨਾ ਕੋਈ ਕਿਸਾਨ ਆ, ਨਾ ਕੋਈ ਅੰਦੋਲਨਕਾਰੀ, ਕੋਈ ਨਹੀਂ ਉੱਥੇ। ਔਰ ਜੇ ਅਜਿਹਾ ਕੁਝ ਕਰਦੇ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਕਿਸਾਨ ਅੰਦੋਲਨ ਨੂੰ, ਕਿਸਾਨਾਂ ਨੂੰ ਬਦਨਾਮ ਕਰਨ ਲਈ, ਕਿਸਾਨਾਂ ਦੇ ਉੱਤੇ ਮਾਮਲੇ ਦਰਜ ਕਰਨ ਲਈ ਉਹ ਇੱਕ ਤਰ੍ਹਾਂ ਦਾ ਰਸਤਾ ਢੂੰਡਦੇ ਆ, ਲੱਭਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਅੰਦੋਲਨ ਨੂੰ ਪ੍ਰਵੋਕ ਕਰਕੇ, ਅੰਦੋਲਨਕਾਰੀਆਂ ਨੂੰ ਪ੍ਰਵੋਕ ਕਰਕੇ ਇਹਨਾਂ ਨੂੰ ਹਿੰਸਕ ਰੂਪ ਧਾਰਨ ਕਰਵਾਇਆ ਜਾਵੇ। ਔਰ ਉਹਦੇ ਤੋਂ ਸਾਡੇ ਨੌਜਵਾਨ, ਸਾਡੇ ਕਿਸਾਨ ਬੜੇ ਸਤਰਕ ਹੋ ਕੇ ਚੱਲ ਰਹੇ ਨੇ। ਐਡੀ ਵੱਡੀ ਘਟਨਾ ਵਾਪਰ ਜਾਣ ਤੋਂ ਬਾਅਦ ਵੀ ਕਿਸਾਨ ਸ਼ਾਂਤ ਰਹਿਣ, ਮੈਂ ਕਹਿੰਦਾ ਇਦੋਂ ਵੱਡੀ ਹੋਰ ਕੋਈ ਮਤਲਬ ਕਿਸਾਨਾਂ ਦੀ ਸ਼ਾਂਤੀ ਦੀ ਇਦੋਂ ਵੱਡੀ ਮਿਸਾਲ ਹੋਰ ਕੋਈ ਮਿਲ ਨਹੀਂ ਸਕਦੀ ਜੀ। ਅਭਿਮਨਿਊ ਕਹਾਰ ਜੀ ਵੀ ਸਾਡੇ ਨਾਲ ਮੌਜੂਦ ਆ। ਹੁਣੇ ਇਹਨਾਂ ਨੇ ਜਾਇਜ਼ਾ ਵੀ ਲਿਆ ਕਿ ਜੋ ਨਾਰਾਇਣਗੜ੍ਹ ਦੇ ਵਿੱਚ ਘਟਨਾ ਹੁੰਦੀ ਹੈ, ਕਿਸ ਤਰ੍ਹਾਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਂਸਦ ਨਾਇਬ ਸੈਣੀ ਵੱਲੋਂ ਗੱਲਬਾਤ ਕਰਕੇ ਜਾਣਕਾਰੀ ਲੈ ਲਾਂਗੇ। ਅਭਿਮਨਿਊ ਜੀ, ਸਭ ਤੋਂ ਪਹਿਲਾਂ ਅਸੀਂ ਉਹੀ ਜਾਣਕਾਰੀ ਲੈਣਾ ਚਾਹੁੰਦੇ ਕਿ ਨਾਰਾਇਣਗੜ੍ਹ ਦੇ ਵਿੱਚ ਜਿਸ ਤਰ੍ਹਾਂ ਵਿਰੋਧ ਕਰ ਰਹੇ ਸੀਗੇ ਕਿਸਾਨ, ਤਾਂ ਕੀ ਹੁਣ ਹਾਲਾਤ ਨੇ ਉੱਥੋਂ ਦੇ? ਕਹਿ ਰਹੇ ਸੀਗੇ ਕਿ ਕਿਸਾਨ ਇੱਕ ਗੰਭੀਰ ਵੀ ਆ, ਕੀ ਹਾਲਾਤ ਨੇ, ਕਿਸ ਤਰ੍ਹਾਂ ਦੀ ਹੁਣ ਉਹਨਾਂ ਦੀ स्थिति है? देखिए वहाँ पे किसान एक साइड में बिल्कुल रोड से हटके नीचे रेत में खड़े थे जी, और वो काले झंडे आराम से दिखा रहे थे। वहाँ पे कोई किसान गाड़ी के सामने नहीं आया, वो बिल्कुल साइड में रोड से नीचे खड़े थे और अपना प्रदर्शन कर रहे थे जी। तो वहाँ पे जब वो जो सांसद है वहाँ के नायब सैनी, उनके काफिले की एक गाड़ी ने बिल्कुल साइड में जाके उस बच्चे को टक्कर मारी, उससे वो नीचे गिर गया वो, और उसको गम चोट लगी है। तो जिस तरीके से गरम पट्टी और जो ये होती हैं, तो ये अभी उसको ट्रीटमेंट दी गई है। उस गाड़ी का नंबर नोट कर लिया गया था वहाँ के जो हमारे साथी थे, और वो नंबर पुलिस प्रशासन को भी दे दिया गया था। और जो वहाँ पे मौके पे पुलिसकर्मी तैनात थे, वो भी ये बात खुद कह रहे थे हमारे लोगों के सामने कि भाई ये भाई तो बिल्कुल साइड में खड़ा था, ये तो रोड पे था ही नहीं। तो सवाल यहाँ पे ये खड़ा होता है कि लखीमपुर खीरी में जिस तरीके से कुचल दिया गया, तो ठीक उसी तरीके से नारायणगढ़ में किसान को टक्कर मारी गई, किसान को कुचलने का प्रयास किया गया। तो ये बीजेपी की मंशा पे गंभीर सवाल खड़े करता है। और लखीमपुर की घटना को, मुख्यमंत्री खट्टर के बयान को, उसके बाद हिसार में एक कमल गुप्ता, एक इनके विधायक का आता है कि अगर कोई 4 लठ मारेगा तो 2 लठ हम भी मारेंगे, और अब ये नारायणगढ़ में हुई। इन घटनाओं को अलग अलग करके नहीं देखना चाहिए। ये घटनाएं आपस में जुड़ी हुई हैं और इससे एक साफ साफ साजिश नज़र आती है बीजेपी RSS की
कि वो जानबूझ के दंगे जैसी स्थिति देश में पैदा करना चाह रहे हैं। और अब आपके माध्यम से मैं ये बात पूरे देशवासियों तक पहुंचाना चाहता हूं। देशवासियों को अलर्ट हो जाना चाहिए, देशवासियों को इस चीज़ को समझना चाहिए कि कौन दंगे जैसे हालात देश में पैदा करना चाह रहा है। अक्सर ये होता है कि गोदी मीडिया झूठे आरोप आंदोलनकारियों पे लगा देती है और वो एक झूठे आरोपों की बाढ़ आ जाती है। हुआ क्या, घटना कहाँ से शुरू हुई, उसको कोई नहीं देखता। तो आज ये पूरे देश को समझना चाहिए किस तरीके से बीजेपी आरएसएस के लोग समाज के भाईचारे को बर्बाद करने के लिए, देश को बर्बाद करने के लिए दंगे जैसी स्थिति पूरे देश में पैदा कर रहे हैं। ये भी कहा जा सकता है कि जिस हिसाब से आपने बोला कि टक्कर की बात की जा रही है कि टक्कर उन्होंने मारी, एक हिसाब से अगर लखीमपुर की घटना से जोड़ने की बात करें तो लगता नहीं है कि कुचलने की ही कोशिश की क्योंकि एक साइड पे खड़े होने किसान के होने के बावजूद भी अगर उसके ऊपर टक्कर मारे तो जाहिर सी बात है कि हर कोई अगर अनुमान लगाने की बात करे तो वो यही कहेगा कि कुचलने की बात की जा रही है। यही मैंने अपने उसमें कहा कि भाई कोई व्यक्ति साइड में खड़ा है, रोड से नीचे खड़ा है और वहां पे गाड़ी आके उसको टक्कर मारती है, वो तो शुक्र है परमात्मा का, रब का, कि वो समय रहते उसको थोड़ा साइड कर लिया, उसको संभाल लिया, उसको ज़्यादा गंभीर चोट नहीं आई। यदि गाड़ी उसके ऊपर से चली जाती, परमात्मा ऐसा ना करे, यदि ऐसा हो जाता तो कौन जिम्मेदारी लेता, कौन उसके चोट लगने का, घायल होने का कौन जिम्मेदार होता। तो ये तो किसानों की सतर्कता थी। जो बीजेपी जेजेपी की सरकार है ये हर संभव प्रयास कर रही है। देखिए इन्होंने 10 महीने में क्या किया ये समझना पड़ेगा। 10 महीने में इन्होंने किसान आंदोलन को कुचलने के ढेर सारे असफल प्रयास किए। जब इनके वे सारे प्रयास फेल हो गए तो अब ये डायरेक्ट किसानों को कुचल रहे हैं। और आज देशवासियों को एक बात समझनी चाहिए कि आज देशवासियों को जरूरत है कि वो बाहर निकले और किसान आंदोलन के साथ खड़े हों। जिनके पास जमीन नहीं है वो भी खड़े हों, क्योंकि यदि आज आप खड़े नहीं हुए तो कल हर उस व्यक्ति को ये बेलगाम राजनेता कुचलने का प्रयास करेंगे जो हक की बात करेगा, जो न्याय की बात करेगा, जो सच की बात करेगा। हर उस आवाज को दबाने और कुचलने का प्रयास इन बेलगाम राजनेताओं द्वारा किया जाएगा। तो समय ये डिमांड कर रहा है कि पूरा देश जागे, अन्यथा कभी ऐसा ना हो जाए कि सांप निकल जाए और देशवासी फिर लाठी पीटते रह जाएं, फिर उससे कोई फायदा नहीं होने वाला, पछताने से कुछ नहीं मिलेगा। समय आज है, जरूरत आज है कि देशवासी खड़े हों और इन बेलगाम राजनेताओं को इनकी अकल भी ठिकाने लाएं और इन पे लगाम भी कसें। क्या कहना चाहेंगे हल करने की बजाय कि किसानों को तो कीड़े मकोड़े समझा जा रहा है, जैसे मर्जी उनको गाड़ियों के नीचे रोन दिया। देखिए ये इनका हमेशा से ये रहा है। जो बीजेपी आरएसएस वाले हैं षड्यंत्र को भी एक ये स्ट्रेटेजी के तौर पे इस्तेमाल करते हैं। ये इनका पुराना इतिहास देख लीजिए, ये हमेशा गलत चीज़ों को करते हैं, गलत ताकतों का ये साथ देते हैं। चाहे आप बात कर लीजिए 1942 के अंग्रेज भारत छोड़ो आंदोलन की, पूरा देश आंदोलन में लगा हुआ था अंग्रेजों को भगाने के लिए, और इनके पूर्वज आ रहे हुए अंग्रेजों की गुलामी, अंग्रेजों के तलवे चाट रहे थे, अंग्रेजों की चमचागिरी कर रहे थे। अब उसके बाद भी आ जाइए, ये हमेशा इन्होंने देश को धर्म जाति या क्षेत्र के नाम पे बांटने का प्रयास किया है। और अब ये एक साजिश के तहत, एक षड्यंत्र के तहत इस आंदोलन को टॉर्पीडो करने का प्रयास कर रहे हैं। लेकिन हमें इनको एक बात बता दें, परमात्मा रब ये चाहता है कि आंदोलन में किसान जीतें। और ये देखिए बहुत सारे ऐसे मौके आए, ढेर सारे ऐसे मौके आए जहां इंसानों के पास तो जो इसकी नुमाइंदगी कर रहे हैं आंदोलन की, उनसे गलती हो सकती थी, लेकिन परमात्मा ने, रब ने अपने आप आंदोलन को संभाल के रखा। हमसे जहां गलती होने की 1% गुंजाइश भी थी, वहां पे परमात्मा ने अपने हाथ में चीजें लेके आंदोलन को सही रास्ते पे चलाए रखा। तो परमात्मा का हाथ है इस आंदोलन के ऊपर, प्रकृति का हाथ है, रब का हाथ है। इसलिए कितने भी साजिश रच लें, इनकी सारी साजिशें फैल होंगी और इनके ऊपर ही उल्टी हुई साजिशें पड़ेंगी। दलेवा साहब की लगता फिर नायब सैनी ते कोई कार्रवाई करोगे, तुसी अपने ਵੱਲੋਂ कोई सख्त नोटिस लाओगे, क्योंकि फिर एक बार उन्होंने भी इदा करने की कोशिश की है। मैं ये कहना चाहूँगा, साडे प्रधान मंत्री जी, साडे गृह मंत्री जी, साडे रक्षा मंत्री जी किरपा करके इस हालात नूं संभालन कंट्रोल करने की कोशिश करन। अंदोलनकारियों नूं प्रवोक करके ਜਿਹੜੇ ਰਾਹ ਨੂੰ ਇਹ ਤੁਰ ਪਏ ਨੇ, किसानों नूं कुचलना शुरू करता। इन्हां नूं ਇਹ नहीं भुलना चाहिए कि अगर देश की राखी कर रहा है कोई सरहदां ते, तो किसान का बच्चा कर रहा, साडा मजदूर का बच्चा कर रहा है, तुहाडा किसी नेता का बच्चा उत्थे सरहदां ते राखी नहीं कर रहा। अगर साडे ते ये कुछ हुंदा जिहड़ा कोई तुसीं कर रहे हो, सानूं कुचल रहे हो, अगर साडे बच्चों की उत्थे आत्मा जागी, उन्होंने गुस्सा आया, नाराज़गी आई, अगर वो उत्थे आपदे हथियार सट के वापस घरां नूं मुड़ पे, तो फिर तुसीं अंदाज़ा लाओ देश की बर्बादी के जिम्मेवार
RSS BJP ਔਰ ਇਸ ਸੰਬੰਧਿਤ ਸਾਰੇ ਨੇਤਾ, ਸਾਡੇ ਪ੍ਰਧਾਨ ਮੰਤਰੀ, ਸਾਡੇ ਗ੍ਰਹਿ ਮੰਤਰੀ, ਸਾਡੇ ਰੱਖਿਆ ਮੰਤਰੀ ਹੋਣਗੇ। ਔਰ ਇਸ ਕਰਕੇ ਅਸੀਂ ਰਿਕੁਐਸਟ ਕਰਾਂਗੇ, ਸਾਡੀ ਬੇਨਤੀ ਹੈ ਔਰ ਅਸੀਂ ਅਪੀਲ ਵੀ ਕਰਾਂਗੇ ਇਹ ਕਿ ਤੁਰੰਤ ਅਜਿਹੇ ਆਦਮੀ ਜਿਹੜੇ ਅਜਿਹੀਆਂ ਹਰਕਤਾਂ ਕਰ ਰਹੇ ਨੇ, ਜੇ ਇਹੀ ਘਟੀਆ ਬਿਆਨਬਾਜ਼ੀ ਕਰ ਰਹੇ ਨੇ, ਇਹਨਾਂ ਨੂੰ ਤੁਰੰਤ ਇਹਨਾਂ ਦੇ ਪਦਾਂ ਤੋਂ ਹਟਾਇਆ ਜਾਏ, ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਅਗਰ ਦੇਸ਼ ਨੂੰ ਇੱਕ ਰੱਖਣਾ ਹੈ ਤਾਂ। ਨਹੀਂ ਤਾਂ ਫਿਰ ਉਹ ਸਾਡੇ ਬੱਚੇ ਆ, ਉਹ ਸਮਝਦੇ ਹੈ, ਉਹਨਾਂ ਨੂੰ ਪਤਾ ਹੈ ਕਿ ਜਿਹੜੇ ਬਾਰਡਰਾਂ 'ਤੇ ਬੈਠੇ ਨੇ ਉਹ ਸਾਡੇ ਚਾਚੇ ਨੇ, ਸਾਡੇ ਤਾਏ ਨੇ, ਸਾਡੇ ਭਾਈ ਨੇ। ਅਗਰ ਉਹਨਾਂ ਦੀ ਆਤਮਾ ਨੂੰ ਗੁੱਸਾ ਆਇਆ, ਉਹਨਾਂ ਦੇ ਅੰਦਰ ਗੁੱਸਾ ਭੜਕ ਗਿਆ ਨਾ, ਫਿਰ ਇਹ ਤੁਹਾਡੇ ਪਿਓ ਦੇ ਬੱਧੇ ਨਹੀਂ ਹੋ ਕਿ ਤੁਹਾਡੀ ਖਾਤਰ ਉਹ ਰਾਖੀ ਕਰਨ ਤੇ ਤੁਸੀਂ ਉਹਨਾਂ ਨੂੰ ਇੱਥੇ ਡਾਂਗਾ ਮਾਰੋ, ਗੱਡੀਆਂ 'ਤੇ ਥੱਲੇ ਕੁਚਲੋ। ਅਗਰ ਉਹਨਾਂ ਦੇ ਅੰਦਰ ਗੁੱਸਾ ਭੜਕ ਗਿਆ ਫਿਰ ਉਹ ਤੁਹਾਡੇ ਕਿਸੇ ਦੇ ਕਹਿਣੇ 'ਚ ਨਹੀਂ ਰਹਿਣਗੇ ਔਰ ਉਹ ਫਿਰ ਆਪਣੀ ਮਰਜ਼ੀ ਕਰਨਗੇ, ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਡੇ ਜਗਜੀਤ ਸਿੰਘ ਡੱਲੇਵਾਲ ਨੇ ਸਿੱਧੀ ਹੀ ਚੇਤਾਵਨੀ ਵੀ ਦਿੱਤੀ ਹੈ ਕਿ ਕਿਸ ਤਰ੍ਹਾਂ ਹਾਲਾਤ ਜਿਹੜੇ ਪੈਦਾ ਕੀਤੇ ਜਾ ਰਹੇ ਨੇ, ਉਸ ਹਾਲਾਤਾਂ ਨੂੰ ਜਲਦੀ ਹੀ ਕੰਟਰੋਲ ਦੇ ਵਿੱਚ ਲੈ ਕੇ ਆਓ, ਨਹੀਂ ਤਾਂ ਇਹਨਾਂ ਵੱਲੋਂ ਵੀ ਕੋਈ ਸਖਤ ਨੋਟਿਸ ਲੈ ਕੇ ਅਗਲੀ ਕਾਰਵਾਈ ਜ਼ਰੂਰ ਕੀਤੀ ਜਾਊਗੀ। ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਜਾਇਜ਼ਾ ਵੀ ਲਿਆ ਗਿਆ, ਦੂਜੇ ਪਾਸੇ 12 ਤਰੀਕ ਨੂੰ ਭੋਗ ਦੀ ਜਿਹੜੀ ਗੱਲ ਕਰਦੇ ਲਖਮੀਰਪੁਰ ਹੋਏ ਕਿਸਾਨਾਂ ਦੀ ਸ਼ਹਾਦਤ ਨੂੰ ਲੈ ਕੇ, ਤਾਂ ਉੱਥੇ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਵੱਲੋਂ ਜਾਇਆ ਵੀ ਜਾਏਗਾ, ਪਰ ਗ੍ਰਿਫਤਾਰੀ ਨਾ ਹੋਈ ਤਾਂ ਅੱਗੇ ਵੀ ਸਖਤ ਕਾਰਵਾਈ ਕੀਤੀ ਜਾਏਗੀ। ਸੋ ਬਣੇ ਰਹੋ ਰੋਜ਼ਾਨਾ ਸਪੋਕਸਮੈਨ TV ਦੇ ਨਾਲ। ਕੈਮਰਾਮੈਨ ਜੰਗਬੀਰ ਦੇ ਨਾਲ, ਮੈਂ ਹਰਜੀਤ ਕੌਰ, ਸਿੰਘੂ ਬਾਰਡਰ, ਦਿੱਲੀ।